ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੁਕੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਬੈਠਿਆ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੇ, ਪ੍ਰਭ ਪੂਰੇ ਲੋਚ ਹਮਾਰੇ। ਗੁਰ ਪੂਰੈ ਕਿਰਪਾ ਧਾਰੇ, ਪ੍ਰਭ ਪੂਰੇ ਲੋਚ ਹਮਾਰੇ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ। ਆਨੰਦਨ ਸੁਕ੍ਰਿਤ ਕਰੀਐ, ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ। ਕੋਵਡ ਭਾਗੇ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ। ਹਰ ਚਰਣੀ ਚਿਤ ਲਾਏ, ਉਸਤਤ ਕਰੋ ਸਦਾ ਪ੍ਰਭ ਆਪਣੇ। ਜਿਨ ਪੂਰੇ ਕਲ ਰਾਖੇ, ਜੀ ਜੰਤ ਸਭ ਭੈ ਪਵਿੱਤਰਾ। ਸਤਿਗੁਰ ਕੇ ਸਚ ਸਾਖੀ, ਬਿਗਨ ਬਿਨਾਸਨ ਸਭ ਦੁਖ ਨਾਸਨ। ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ, ਬਿਗਨ ਬਿਨਾਸਨ ਸਭ ਦੁਖ ਨਾਸਨ। ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਕ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਅਤੇ ਅੱਜ ਜੋ ਸਾਹਿਬ ਕਮਾਲ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸਭ ਤੋਂ ਪਹਿਲਾਂ ਇਸ ਸ਼ਹਾਦਤ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਦੇ ਇਸ ਪਾਵਨ ਦਿਹਾੜੇ 'ਤੇ ਕੁਝ ਕੁ ਇਤਿਹਾਸ ਦੇ ਵਿੱਚੋਂ ਜੋ ਆਪ ਜੀ ਦੇ ਨਾਲ ਨੁਕਤੇ ਸਾਂਝੇ ਕਰਨੇ ਨੇ, ਉਹ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੇ ਲੋਚ ਹਮਾਰੇ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਅੰਗ ਨੰਬਰ 621 622 ਦੇ ਉੱਤੇ ਸਬਾਇਮਨ ਹੈ। ਔਰ ਗੁਰੂ ਸਾਹਿਬ ਜੀ ਨੇ ਅੱਜ ਦਾ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਹੀ ਹੁਕਮ ਮੇਰੇ 10ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ। ਔਰ ਹੁਕਮਨਾਮੇ ਦੇ ਵਿਚਾਰ ਹਰ ਰੋਜ਼ ਕੀਤੀ ਜਾਂਦੀ ਹੈ। ਸੋ ਅੱਜ ਪਹਿਲੇ ਪਦੇ ਦੀਆਂ ਜਿਹੜੀਆਂ ਪੰਕਤੀਆਂ ਨੇ ਕੇਵਲ ਇਹਨਾਂ ਦੇ ਅੱਖਰੀ ਅਰਥ ਕਰਨੇ ਨੇ, ਔਰ ਇਹਨਾਂ ਦੀ ਵਿਆਖਿਆ ਜਿਹੜੀ ਫਿਰ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਹੈ, ਆਪਾਂ ਵਿਚਾਰ ਉਹ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਗੁਰ ਪੂਰਾ ਕਿਰਪਾ ਧਾਰੀ, ਪੂਰੇ ਗੁਰੂ ਨੇ ਕਿਰਪਾ ਕੀਤੀ। ਕਿਵੇਂ ਕੀਤੀ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਨੂੰ ਇਤਿਹਾਸ ਵਿੱਚ ਅਤੇ ਗੁਰਬਾਣੀ ਵਿੱਚੋਂ ਸਮਝਾਉਣਗੇ। ਤੇ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਪ੍ਰਭ ਪੂਰੀ ਲੋਚ ਹਮਾਰੀ, ਤੇ ਸਾਡੀ ਲੋਚਾ ਤੰਗ ਕਿਹੜੀ ਸੀ ਜਿਹੜੀ ਪੂਰੀ ਹੋ ਗਈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਜ ਉਹਨਾਂ ਦਾ ਗੁਰਗੱਦੀ ਦਿਵਸ ਹੈ, ਜਿਹੜਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 5 ਫੱਗਣ 1675 ਹੈ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜਦੋਂ ਉਹਨਾਂ ਦੇ ਪਾਵਨ ਬਚਨ ਪੜ੍ਹਨੇ ਹਾਂ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ 1666 ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ ਹੈ। ਔਰ ਉਸ ਪ੍ਰਕਾਸ਼ ਦੇ ਬਾਰੇ ਗੁਰੂ ਸਾਹਿਬ ਜੀ ਆਪ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਦੇਖੋ ਮਾਤਾ ਗੁਜਰ ਕੌਰ ਜੀ ਧੰਨ ਨੇ ਕਿ 1633 ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੁੰਦਾ ਹੈ, ਤੇ 1666 ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼। ਤਕਰੀਬਨ 33 ਸਾਲ ਤੋਂ ਕੁਝ ਉੱਤੇ ਬਣਦਾ ਹੈ ਸਮਾਂ। ਔਰ ਐਡਾ ਲੰਮਾ ਸਮਾਂ ਆਪਾਂ ਗ੍ਰਸਤੀ ਹਾਂ ਜਾਣ ਸਕਦੇ ਹਾਂ, ਸਮਝ ਸਕਦੇ ਹਾਂ ਕਿ ਮਾਤਾ ਗੁਜਰ ਕੌਰ ਜੀ ਦੀ ਕਿੱਡੀ ਕੁ ਵੱਡੀ ਤਪੱਸਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਤੇ ਕਿਹਾ ਜਾਂਦਾ ਹੈ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਡੇ ਹੀ ਵੱਡਿਆ ਤਪੱਸਿਆ ਸਾਡੀ ਮਾਤਾ ਦੀ ਵੀ ਹੈ।
ਤਾਤ ਮਾਤ ਮੁਰ ਅਲਖ ਅਰਾਧਾ। ਤਾਤ ਪਿਤਾ ਤੇ ਮਾਤ ਮਾਤਾ, ਮਾਤਾ ਗੁਜਰੀ ਜੀ। ਤਾਤ ਮਾਤ ਮੁਰ ਅਰਖ ਅਰਾਧਾ, ਬਹੁ ਬਿਦ ਜੋਗ ਸਾਧ ਨਾ ਸਾਧਾ। ਉੱਥੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਕਿ ਜਬ ਹੈ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀ ਪ੍ਰਕਾਸ਼ ਹਮਾਰਾ ਭਏ। ਤ੍ਰਿਬੇਣੀ ਵਿਖੇ ਜੀ, ਕਿਉਂਕਿ ਗੁਰਮਤ ਮੰਨਦੇ ਹੀ ਜਨਮ ਇਹਨੂੰ ਹੈ। ਮਾਤਾ ਦੇ ਉਦਰ ਵਿੱਚ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਮਾਤਾ ਕੇ ਉਦਰ ਮਹਿ ਆਏ ਕੀਆ ਨਿਵਾਸ, ਉਹੀ ਜਨਮ ਹੈ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਪ੍ਰਕਾਸ਼ ਤੇ ਸਾਡਾ ਉੱਥੇ ਹੋ ਗਿਆ। ਫਿਰ ਪਟਨਾ ਸਾਹਿਬ ਵਿਖੇ ਭਵ ਲਇਓ, ਉੱਥੇ ਤੇ ਆ ਕੇ ਫਿਰ ਪ੍ਰਗਟ ਹੋਏ। ਉਹਨੂੰ ਅਸੀਂ ਪ੍ਰਕਾਸ਼ ਕਹਿ ਸਕਨੇ, ਮੰਨਨੇ ਹਾਂ। ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਜ ਗੁਰਤਾ ਗੱਦੀ ਹੈ, ਤੇ ਉਹਨਾਂ ਦੇ ਜੀਵਨ ਵਿੱਚੋਂ ਕੁਝ 2-3 ਸਾਖੀਆਂ, ਔਰ ਕੇਵਲ ਸਾਖੀਆਂ ਨਹੀਂ, ਉਹਨਾਂ ਸਾਖੀਆਂ ਦੇ ਵਿੱਚੋਂ ਕੁਝ ਨੁਕਤੇ ਨੇ ਜਿਹੜੇ ਸਾਡੇ ਲਈ ਬੜੇ ਜ਼ਰੂਰੀ ਨੇ। ਗੁਰੂ ਸਾਹਿਬ ਨੇ ਸਾਨੂੰ ਸਮਝਾਏ, ਔਰ ਬੜੇ ਸੌਖੇ ਢੰਗ ਦੇ ਨਾਲ ਸਮਝਾਏ। ਦੇਖੋ, ਸਭ ਤੋਂ ਪਹਿਲਾਂ ਜਦੋਂ ਬਾਲ ਅਵਸਥਾ ਹੈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਲਕਾਂ ਦੇ ਨਾਲ ਖੇਡਦੇ ਨੇ, ਔਰ ਬੱਚਿਆਂ ਦੀ ਆਮ ਤੌਰ 'ਤੇ ਆਦਤ ਹੁੰਦੀ ਹੈ ਕਿਤੇ ਪਾਣੀ ਦੇ ਕੰਢੇ 'ਤੇ ਹੋਣ, ਉਹ ਪੱਥਰ ਚੁੱਕਣਗੇ, ਪਾਣੀ 'ਚ ਸੁੱਟਣਗੇ, ਉਹਨਾਂ ਨੂੰ ਆਨੰਦ ਹੀ ਬੜਾ ਹੁੰਦਾ ਹੈ। ਇਹ ਸਾਰਾ ਕੁਛ ਆਪਾਂ ਨੇ ਕੀਤਾ ਹੋਇਆ ਹੈ। ਜਿਹੜੇ ਨਿਆਣੇ ਨੇ, ਬਾਲਕ ਨੇ, ਉਹ ਗੰਗਾ ਦੇ ਵਿੱਚ ਛੋਟੇ ਛੋਟੇ ਪੱਥਰ ਚੁੱਕ ਕੇ ਸੁੱਟਦੇ ਨੇ, ਗੀਟੇ ਸੁੱਟਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨਾਮ ਜਦੋਂ ਗੋਬਿੰਦ ਰਾਏ ਕਹਿ ਲਈਏ ਕਿ ਉਹਨਾਂ ਨੇ ਆਪਣੇ ਹੱਥ ਦੇ ਵਿੱਚੋਂ ਕੜਾ ਲਾਇਆ, ਤੇ ਕੜਾ ਵੀ ਸੋਨੇ ਦਾ, ਔਰ ਉਹਦੇ ਵਿੱਚ ਕੁਝ ਹੀਰੇ ਜਿਹੜੇ ਹੋਏ, ਕੀਮਤੀ ਬੜਾ ਹੈ, ਉਹ ਲਾ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ। ਹੁਣ ਜਿਹੜੇ ਨਾਲ ਦੇ ਸਨ, ਮਾਮਾ ਕਿਰਪਾਲ ਚੰਦ ਜੀ ਨਾਲ ਰਹਿੰਦੇ ਸਨ। ਮਾਤਾ ਜੀ ਨੂੰ, ਮਾਤਾ ਗੁਜਰ ਕੌਰ ਜੀ ਨੂੰ ਇਹ ਖਬਰ ਦਿੱਤੀ ਕਿ ਤੁਹਾਡੇ ਲਾਲ ਨੇ ਕੀਮਤੀ ਕੜਾ ਗੰਗਾ ਦੇ ਵਿੱਚ ਸੁੱਟ ਦਿੱਤਾ ਹੈ। ਮਾਤਾ ਜੀ ਆਏ ਕਿ ਸ਼ਾਇਦ ਮਿਲ ਜੇ, ਕਿ ਪੁੱਤ ਜੀ ਕੜਾ ਬੜਾ ਕੀਮਤੀ ਸੀ, ਕਿੱਥੇ ਸੁੱਟਿਆ ਜੇ? ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੂਸਰੇ ਹੱਥ 'ਚ ਵੀ ਕੜਾ ਲਾਇਆ, ਵਗਾ ਕੇ ਗੰਗਾ 'ਚ ਮਾਰਿਆ, ਕਹਿੰਦੇ ਮਾਂ ਇੱਥੇ ਸੁੱਟਿਆ ਹੈ। ਔਰ ਮਾਤਾ ਜੀ ਫਿਰ ਕਹਿੰਦੇ ਨੇ ਪੁੱਤਰ, ਤੈਨੂੰ ਪਤਾ ਨਹੀਂ ਕਿੱਡੇ ਕੀਮਤੀ ਕੜੇ ਸਨ, ਬੜੀ ਕੀਮਤ ਸੀ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ, ਉਹ ਨੁਕਤਾ ਅਸਲ ਵਿੱਚ ਸਮਝਣ ਵਾਲਾ ਹੈ। ਸਾਖੀ ਤਾਂ ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਮਾਂ ਇਹ ਕੋਈ ਕੀਮਤੀ ਨਹੀਂ ਸਨ, ਕੀਮਤੀ ਕੜਾ ਤੇ ਹਜੇ ਪਾਉਣਾ ਹੈ। ਕੀਮਤੀ ਕੜਾ ਤੇ ਹਰੇ ਆਪਣੇ ਖਾਲਸੇ, ਆਪਣੇ ਸਿੱਖਾਂ ਦੇ ਸਿੰਘਾਂ ਦੇ ਹੱਥਾਂ ਵਿੱਚ ਪਾਉਣੇ ਨੇ। ਹੁਣ ਮਾਤਾ ਜੀ ਉਦੋਂ ਹੀ ਪੁੱਛਦੇ ਨੇ ਕਿ ਕੀਮਤੀ ਕੜਾ, ਇਸ ਤੋਂ ਕੀਮਤੀ ਕਿਹੜਾ ਹੋਏਗਾ? ਤੇ ਸਤਿਗੁਰੂ ਜੀ ਨੇ ਜਿਹੜਾ ਜਵਾਬ ਦਿੱਤਾ, ਕਹਿੰਦੇ ਇਹ ਸੋਨੇ ਦਾ ਕੜਾ ਹੈ, ਇਹਦੇ ਤੋਂ ਕਿਤੇ ਕੀਮਤੀ ਕੜਾ ਹੋਏਗਾ ਲੋਹੇ ਦਾ। ਔਰ ਮਾਤਾ ਫਿਰ ਕਹਿੰਦੇ ਨੇ ਪੁੱਤਰ ਜੀ ਤੁਸੀਂ ਨਿਆਣੇ ਵਾਲੀਆਂ ਗੱਲਾਂ ਕਰਦੇ ਹੋ, ਕੀਮਤੀ ਸੋਨਾ ਹੁੰਦਾ ਹੈ, ਲੋਹਾ ਨਹੀਂ। ਔਰ ਸਤਿਗੁਰੂ ਜੀ ਕਹਿੰਦੇ ਨੇ ਮਾਂ ਤੂੰ ਅੱਗੇ ਜਾ ਕੇ ਦੇਖੀ, ਇਹ ਜਿਹੜੇ ਕੜੇ ਸੁੱਟੇ ਨੇ ਇਹ ਤੇ ਟਕਿਆਂ ਦੇ ਮਿਲ ਜਾਣਗੇ, ਰੁਪਈਆ ਨਾਲ ਜਿਹੜਾ ਮਰਜ਼ੀ ਖਰੀਦ ਲੇਗਾ, ਪਰ ਉਹ ਕੜਾ ਜਿਹੜਾ ਹੈ ਦੁਨਿਆਵੀ ਰੁਪਈਆਂ ਦੇ ਨਾਲ ਨਹੀਂ ਮਿਲਣਾ, ਉਹਦੀ ਕੀਮਤ ਹੋਵੇਗੀ ਸੀਸ। ਉਹ ਤੇ ਸਿਰ ਗੁਰੂ ਦੇ ਚਰਨਾਂ ਵਿੱਚ ਰੱਖਣਾ ਪਏਗਾ, ਉਹ ਤਾਂ ਕੜਾ ਮਿਲਣਾ ਹੈ। ਪੂਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੇ ਗਲੇ ਮੇਰੇ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹ ਕੜਾ ਸਿੱਖਾਂ ਦੇ ਹੱਥਾਂ ਦੇ ਵਿੱਚ, ਸਿੰਘਾਂ ਦੇ ਹੱਥਾਂ ਵਿੱਚ ਉਹ ਪਾਉਣਾ ਹੈ ਕਿ ਜਦੋਂ ਮੇਰਾ ਖਾਲਸਾ ਪੰਥ ਗੁਰੂ ਕਾ ਸਿੰਘ ਹੱਥ ਅੱਗੇ ਕਰੇ, ਕਿਤੇ ਘਬਰਾਏ, ਕਿਤੇ ਡੋਲਣ ਲੱਗੇ, ਇਸ ਕੜੇ ਨੂੰ ਵੇਖ ਕੇ ਯਾਦ ਆਵੇ
कि शीश दे के लए ने, ये कड़ा नहीं है, मेरे गुरु ने मेरी बाह फड़ी, गुरु मेरे नाल है। फिर मां दस कीमती वो है कि ये है। और गुरु साहब जी ने उदों कहते गुरु तेग बहादुर साहब जी का एक पावन बचन भी सुनाया सी कि मां ये पढ़ के विचारी के कीमती वो है, सोने का के कीमती ये लोहे का होएगा, कि जो नार दुख मैं दुख नहीं मानना है। गुरु पिता के बचन ने, जो नार दुख मैं दुख नहीं मानना है। सुख स्नेह यार भै नहीं जाके कंचन माटी मन है। तो फिर मां जे कंचन ते मिट्टी इक्को जी, तो फिर ये एडा कीमती क्यों हो गया? असल में ये नहीं गल कि उन्होंने कीमत कोई नहीं सी। गुरु साहब ने असल में जेड़ा कीमती कड़ा सानू देना सी, उत्थे सतगुरु जी समझाते हैं उनके सामने उन्होंने सोने के कड़ियां की कीमत कुछ भी नहीं। और धन गुरु कलगीधर पातशाह जी थोड़े जो होर शरीर करके कि ये वड्डे हुए, माता गुजर कौर जी नूं कुछ पटना साहब दे जेड़े लोग ने उलांभा देने वास्ते आए कि मां मन्निया कि 33 साल बाद तेरे घर में औलाद हुई है, पर मां औलाद नूं प्यार जरूर कर, पर इनू विगाड़ ना। हुण माता गुजरी जी उदों कहंदे ने कि भाई किवें विगाड़िया, इन्हें की विगाड़िया किसी का? कहंदे घट्टो घट्ट जे लाड कर रहे नूं इन्हां ते सिखा के वड्डियां दा अदब किवें करना, उन्होंने नमस्कार चुक के करनी चाहिए है। और माता गुजरी जी कहंदे ने बिल्कुल सिखाया, इनू अदब करने का पता है। फिर मां नवाब दी पालकी लंघी सी, इन्हें ना आप ते चुक के सलाम की, ते ना ही नाल दे बच्चों नूं चुक के अगे वो नमस्कार करते सन, उन्होंने नहीं करन दित्ती, सगों नवाब नूं दंदियां चढ़ाइयां सन। और माता गुजरी जी कहते ने बिल्कुल ठीक किया है। ये भावें धन गुरु तेग बहादुर साहब जी तक भी सुनिया पहुंचा सी, तो गुरु तेग बहादुर साहब जी कहते ने कि गोबिंद जो किया भला किया। मां ये भला क्यों जी? तो माता गुजरी जी कहते से असी सिखाया है, सिक्ख्या दी है, मत्था टेकना चाहिए है, तो मत्था जिहड़ा वो झुकाउणा चाहिए केवल तो केवल अकाल पुरख वाहिगुरू अगे। मेरे पुत्र ने उनके तो बिना मत्था किते झुकाउणा भी नहीं, जां उस अकाल पुरख अगे ते जां मत्था टेकना गुरु। और इवें दा लांभा ते किते गुरु कृपा करे सारियां मावां नूं मिले कि मां तेरा पुत्र साडे बाबे अगे झुक के नमस्कार नहीं करता, देहधारी है ना। मां तेरा बाबा तेरा पुत्र तो साडे वड्डे वडेरे दे समाध ते जाके मत्था नहीं टेकता। इवें दे लांभे सब नूं मिलण, ये तो कबरां ते नहीं जांदा, ये तो किसी के झुकता नहीं, क्योंकि गुरु के सिख ने केवल तो केवल गुरु ग्रंथ साहिब के अगे झुकना है। हुण देखो जिहड़ियां साखियां ने इन्हां विच ये नुकते ने कि जिहड़े साडे जीवन विच काम भी होने और सानूं समझने भी चाहिए ने। इत्थे गुरु साहिब जी ने कृपा की, उत्थे एक साखी होर है कि जिथे राजा मैणी चंद उनकी राणी है और लंबे समय तो उन्होंने घर में भी औलाद कोई नहीं। उत्थे एक बड़ा रब की भगती करने वाला पंडित है शिवदाता, आप जी जानते हो। ये राणी जिहड़ी नैणी है, फतेह चंद नैणी की राणी, इन्हें शिवदत्त के कोल जाके कई बारी कहना, तो शिवदत्त ने अज कहा कि देख राणी जे सचमुच चाहनी है ना कि मैनू औलाद का सुख मिले, तो फिर गुरु तेग बहादुर साहब जी के घर जा कि माता गुजर कौर जी जे 33 साल के बाद जे उनके घर में औलाद हो सकती है, जाके पुछ कि किहड़े रब की बंदगी की, किहड़े ढंग के नाल कीती, फिर तेरे घर क्यों ना होएगी। और सच जानी जिहड़े रब की बंदगी उन्होंने की ना, वो रब किते बाहर नहीं, वो इत्थे पटना शहर दे विच ही है।
जाके पुछ जरूर पर घर बह के याद करी वो तेरे को आप ही आवेगा। और ये राजा फतेह चंद ते रानी ये माता जी के कोल गए भी सन ते अंदरों एक चाहत सी कि बालक गोबिंद राय के दर्शन हो जाए। जाके पूछया भी अरदास बेनती भी की पर गुरु साहब जो घर नहीं मिले दर्शन नहीं होए। तो पंडित जी ने कहा से शिवदत्त ने रानी तू याद करे दे अपने आप तेरे को आवेगा। रोज़ याद भावें करती सी पर एक दिन इन्ने को अंदरों भिज के याद करती है कि किते अज आके दर्शन दे देना। तो सतगुरु जी ने पिछों जाके जो मोढिया तो हाथ रख के गलवकड़ी पाई तो नाले कन्न के कोल होके आवाज़ मारी माँ मैं आ गया। तो जेड़े माँ दर्शन चाहते थे कि गुरु साहब जी रब का रूप ने दर्शन करने ने वो माँ तो भुल गई कि मैं दर्शन करने ने। माँ शब्द सुनिया माँ फिर कहते कि पुत्र एक बारी होर कहे क्योंकि शब्द सुनने वास्ते कन तरसते सन। दूजी बारी फिर क्या माँ मैं आ गया। और इतिहासकार लिखते हैं उत्ते 3-4 बारी माँ यही कुछ कहती रही। गुरु साहब जी को कहते रहे मैं माँ आ गया हाँ। कहते एकदम गोद दे विच बिठाया मत्था चुम्मिया तो मत्था चुम्मण तो बाद ये चेते आया कि मैं तो अरदास करनी से इन्हों के चरणों च। तो जदों कहते ने मैं तुहाडे चरणों च अरदास करनी है तो सतगुरु जी का कोई जवाब सी माँ गोद विच बिठा के मावां कदे गोद चों उठाउंदियां नहीं जानते सन अरदास तो यही करनी है। माँ के अंदरों वो औलाद वाला जिहड़ा ख्याल से निकल गया पर एक ख्याल फिर आया पुत्र माँ तो तू कह दिता पर दूजी माँ ने जो आवाज़ मारनी तू फिर उठ के चले जाना है। सतगुरु जी कहते ने माँ उस माँ के कोल भी जावांगा पर यह माँ जो चेते करेगी इस माँ की गोद विच भी होवांगा। उदों राणी ने कहा से कि मावां 2 बच्चा 1 ते दोवां दे कोल किवें रह सकता है। ये तो होवे कि बच्चे 2 होण माँ 1 होवे एक पट तो उन्होंने बिठाए एक तो दूसरे नूं बिठाए दोवां नूं बिठा सकती है पर पुत्र 1 ते मावां 2। तो धन गुरु कलगीधर पातशाह ने उदों जिहड़ी उत्थे उदाहरण दित्ती सी ना माँ देख अखां भी तो 2 ने ना पर 2 अखां कदे ये तो नहीं ना होया एक अख नाल कुछ होर वेखदा होए बंदा दूसरे नाल कुछ होर वेखदा होए। अखां 2 ने पर जो कुछ वेखना इक्को ही वेखना है जोत एक है। तो 2 अखां होकर जो उन्हां विच जोत एक है मावां 2 ने तो मैं दोवां की गोद विच खेड सकदा। उत्थे सतगुरु जी ने कृपा की कुछ बाल लीला उत्ते करते रहे समा आया और एक कहा जाता गुरु तेग बहादुर साहब जी ने जदों मिलने किते गुरु कलगीधर पातशाह जी नाल तकरीबन 3 साल तो उत्ते उम्र हो गई सी। और देखो 33 साल 34 साल तो बाद बालक ने जन्म लैना होवे तो जे संसारिक तौर पर देखिए भावें किन्ना किसी को कम होवे छड्ड के भजते हैं लोग पर धन गुरु तेग बहादुर साहब जी दुनिया का भला करने वास्ते 3 साल बाद ही आते हैं। आसाम की धरती तो वापस आए और सिर्फ 2 महीने रहे आप सतगुरु जी फिर आनंदपुर साहब आ गए। धन गुरु कलगीधर पातशाह जी की उम्र जो 6 साल की हुई धन गुरु तेग बहादुर साहब जी ने सुनेहा भेजिया और आनंदपुर साहब जिहड़ा है देखो इत्थे गुरु साहब जी आकर रहिंदे ने इत्थों सुनेहा भेजते हैं 6 साल की उम्र है। धन गुरु कलगीधर पातशाह जी माता गुजर कौर जी पूरा परिवार की मामा कृपाल चंद जी आनंदपुर साहब पहुँचते हैं और ये आप जी जानते हो कि आनंदपुर साहब जिहड़ा है पहला नाम मखूवाल सी। धन गुरु तेग बहादुर साहब जी ने वसाया 1675 ਦੇ ਵਿੱਚ 1665 ਦੇ ਵਿੱਚ और इनका नाम उदों नानकी चंद ਚੱਕ रखा सी माता गुरु तेग बहादुर साहब जी की माता के नाम से नानकी ਚੱਕ।
ਹੁਣ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਗਏ ਜਿੱਥੇ ਸਾਰਿਆਂ ਨੇ ਨਮਸਕਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਮੱਥਾ ਟੇਕਣ ਲੱਗੇ, ਗੁਰੂ ਸਾਹਿਬ ਜੀ ਨੇ ਇੱਕ ਵਾਰੀ ਰੋਕਿਆ ਕਿ ਪੁੱਤਰ ਰੁਕ, ਇਹ ਨਮਸਕਾਰ ਕਿਹਨੂੰ ਕਰ ਲੱਗਾ, ਗੁਰੂ ਨੂੰ ਕਿ ਪਿਤਾ ਨੂੰ? ਕਿਉਂਕਿ ਇੰਨੀ ਖੁਸ਼ੀ ਪਿਤਾ ਨੂੰ ਮਿਲ ਕੇ ਹੈ ਜਾਂ ਗੁਰੂ ਨੂੰ ਮਿਲ ਕੇ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਉਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਪਾਵਨ ਬਚਨ ਪੜ੍ਹਿਆ ਸੀ ਕਿ ਮੈਂ ਖੁਸ਼ ਤੇ ਬੜਾ ਹਾਂ, ਪਰ ਇਸ ਕਰਕੇ ਨਹੀਂ ਕਿ ਆਪਣੇ ਸੰਸਾਰਿਕ ਇੱਕ ਬਾਪੂ ਨੂੰ ਮਿਲਣ ਲੱਗਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅੱਜ ਗੁਰੂ ਦੇ ਦਰਸ਼ਨ ਹੋਏ ਨੇ, ਇਸ ਕਰਕੇ ਆਨੰਦ ਜ਼ਿਆਦਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਦੋਂ ਬਚਨ ਕਹਿ ਦਿੱਤੇ ਸਨ ਕਿ ਜੇ ਗੁਰੂ ਨੂੰ ਮਿਲ ਕੇ ਇੰਨਾ ਆਨੰਦ ਹੈ, ਫਿਰ ਇਹ ਨਾਨਕੀ ਚੰਦ ਨਹੀਂ, ਇਹ ਨਾਨਕੀ ਚੱਕ ਨਹੀਂ, ਇਸ ਸ਼ਹਿਰ ਦਾ ਨਾਂ, ਨਗਰ ਦਾ ਨਾਂ ਆਨੰਦਪੁਰ ਸਾਹਿਬ ਹੀ ਰੱਖਿਆ ਜੇ, ਜਿੱਥੇ ਆਨੰਦ ਮਿਲਦਾ ਹੈ। ਔਰ ਕੇਵਲ ਉਦੋਂ ਨਹੀਂ, ਸਿੱਖਾਂ ਨੂੰ ਅੱਜ ਵੀ ਮਿਲਦਾ ਹੈ। ਔਰ ਦੋਵੇਂ ਚੀਜ਼ਾਂ ਮਿਲਦੀਆਂ ਨੇ ਉੱਥੇ। ਇੱਕ ਤੇ ਜਿਹੜਾ ਖੰਡੇ ਬਾਟੇ ਦੀ ਪੋਲ ਜਾ ਕੇ ਲੈਂਦਾ ਹੈ, ਗੁਰੂ ਵਾਲਾ ਬਣਦਾ ਹੈ, ਉੱਥੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉਹ ਆਨੰਦ ਮਿਲਦਾ ਹੈ। ਤੇ ਦੂਸਰਾ ਬਾਪੂ ਨੂੰ ਮਿਲਣ ਵਾਲਾ ਵੀ ਆਨੰਦ ਮਿਲਦਾ, ਕਿਉਂਕਿ ਖੰਡੇ ਬਾਟੇ ਦੀ ਪੌਲ ਦੇਣ ਤੋਂ ਬਾਅਦ ਪੰਜਾਂ ਨੇ ਕਹਿਣਾ ਕਿ ਅੱਜ ਤੋਂ ਤੁਹਾਡਾ ਬਾਪੂ, ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਧਰਤੀ ਤੇ ਆਏ 8.5 ਸਾਲ, ਪੌਣੇ ਕੁ 9 ਸਾਲ ਦੀ ਆਰਬਲਾ ਸੀ ਕਿ ਜਦੋਂ ਕਸ਼ਮੀਰ ਦੇ ਕੁਝ ਪੰਡਤ ਕਹਿ ਲਏ ਕਿ ਦੁਖਿਆਰੇ ਪੰਡਤ ਆਏ ਨੇ, ਜਿਨ੍ਹਾਂ ਨੇ ਆ ਕੇ ਅਰਦਾਸ ਕੀਤੀ ਕਿ ਬਾਹ ਅਸਾਡੇ ਪਕੜੀਐ ਹਰ ਗੋਬਿੰਦ ਕੇ ਨੰਦ। ਔਰੰਗਜ਼ੇਬ ਜਿਹੜਾ ਕਿਸੇ ਨੂੰ ਹੁਣ ਛੱਡਣ ਦੇ ਰੋਹ ਦੇ ਵਿੱਚ ਨਹੀਂ, ਸਭ ਨੂੰ ਫੜ ਫੜ ਕੇ ਮਾਰੀ ਜਾ ਰਿਹਾ। ਔਰ ਵਿਸ਼ੇਸ਼ ਤੌਰ 'ਤੇ ਉਦੋਂ ਕਸ਼ਮੀਰ ਦੇ ਪੰਡਤਾਂ ਦਾ ਕਤਲ ਇਸ ਕਰਕੇ ਕੀਤਾ ਜਾਂਦਾ ਸੀ, ਇਹ ਵਿਦਵਾਨ ਨੇ, ਇਹ ਧਰਮ ਦੇ ਬਾਰੇ ਜਾਣਦੇ ਨੇ, ਇਹਨਾਂ ਨੂੰ ਖਤਮ ਕਰਾਂਗਾ ਤੇ ਇਸਲਾਮ ਛੇਤੀ ਵਧੇਗਾ। ਔਰ ਇਸ ਆ ਕੇ ਆਪਾਂ ਜਾਣਦੇ ਕਿ ਉਹਨਾਂ ਨੇ ਭਾਵੇਂ ਬੜੇ ਦੇਵੀ ਦੇਵਤਿਆਂ ਦੀ ਅਰਾਧਨਾ ਕੀਤੀ, ਬੜੀਆਂ ਥਾਵਾਂ ਤੇ ਗਏ ਵੀ, ਕਰ ਕਿਰਪਾ ਦਾਸ ਦੀ ਅਗਵਾਈ ਦੇ ਹੇਠ ਪੰਡਤ ਆਏ ਔਰ ਦੁਖਿਆਰੇ ਪੰਡਤ ਆਏ। ਜਦੋਂ ਇਹ ਅਰਦਾਸ ਬੇਨਤੀ ਕਰਦੇ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ 8.5 ਤੋਂ ਪੌਣੇ 9 ਸਾਲ ਦੀ ਉਮਰ ਹੈ ਉਹ, ਤੇ ਸਤਿਗੁਰੂ ਜੀ ਇਹਨਾਂ ਦੀ ਬਾਹ ਤੇ ਫੜਨੀ ਚਾਹੀਦੀ ਹੈ, ਕਿਉਂਕਿ ਸਾਡੇ ਵੱਡੇ ਵਡੇਰਿਆਂ ਦਾ ਸਿਧਾਂਤ ਹੀ ਇਹ ਹੈ ਕਿ ਜਾ ਕੋ ਮੁਸ਼ਕਲ ਅਤ ਬਣੈ, ਢੋਏ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਤੇ ਸਤਿਗੁਰੂ ਜੀ ਤੁਸੀਂ ਆਪ ਪਾਰ ਬ੍ਰਹਮ ਪਰਮੇਸ਼ਰ ਹੋ। ਉਰੇ ਕਿਹਾ ਜਾਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੀ ਇਹਨਾਂ ਦਾ ਧਰਮ ਬਚ ਜਾਏਗਾ ਜੇ ਕੋਈ ਮਹਾਂਪੁਰਸ਼ ਆਪਣਾ ਸੀਸ ਭੇਟ ਕਰੇ, ਸੀਸ ਦੇਵੇ। ਔਰ ਪੌਣੇ 9 ਸਾਲ ਦੀ ਉਸ ਉਮਰ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਕਿ ਗੁਰੂ ਪਿਤਾ ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰਸ਼ ਕਿਹੜਾ ਹੋ ਸਕਦਾ ਹੈ। ਫਿਰ ਜੇ ਇੱਕ ਸੀਸ ਦੇਣ ਦੇ ਨਾਲ ਇੰਨੇ ਸਿਰ ਬਚਦੇ ਨੇ, ਫਿਰ ਤੁਹਾਨੂੰ ਸੀਸ ਦੇਣਾ ਚਾਹੀਦਾ ਹੈ। ਆਪ ਤੁਰਦੇ ਨੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕਹਿਣ ਤੇ, ਅਸਲ ਵਿੱਚ ਕਹਿਣ ਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਹੀ ਜਾਣਾ ਚਾਹੁੰਦੇ ਨੇ, ਪਰ ਉਦੋਂ ਇਹ ਪਰਖ ਵੀ ਕਰਨਾ ਚਾਹੁੰਦੇ ਨੇ ਕਿ ਇਹ ਸੱਚਮੁੱਚ ਇਸ ਸਿਧਾਂਤ ਤੇ ਚੱਲ ਕੇ ਐਡਾ ਵੱਡਾ ਜਿਹੜਾ ਭਾਰ ਇਹਨਾਂ ਦੇ ਸਿਰ ਤੇ ਟਿਕਾਉਣਾ ਹੈ, ਉਹਨੂੰ ਚੁੱਕਣਗੇ ਵੀ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਚਨ ਕਹੇ ਵੀ ਸਨ ਕਿ ਗੋਬਿੰਦ ਰਾਏ ਪੁੱਤਰ, ਆਰਬਲਾ ਹਜੇ ਛੋਟੀ ਹੈ, ਪਰ ਜਿਹੜਾ ਸਿਰ ਦੇ ਉੱਤੇ ਪੰਡ ਰੱਖਣੇ, ਪੰਡ ਬੜੀ ਭਾਰੀ ਹੈ। ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਹੱਥ ਸਿਰ ਤੇ ਹੋਵੇ ਤੇ ਫਿਰ ਪੰਡ ਜਿੱਡੇ ਮਰਜ਼ੀ ਵੱਡੇ ਭਾਰੀ ਹੋਵੇ ਉਹ ਭਾਰੀ ਲੱਗਦੀ ਕਦੇ ਨਹੀਂ, ਕਿਉਂਕਿ ਜਿੰਦੇ ਸਿਰ ਦੇ ਉੱਤੇ ਤੁਹਾਡਾ ਹੱਥ ਹੋ ਜੇ ਉਹਨੂੰ ਭਾਰ ਕਹਿੰਦਾ। ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਪੰਡਤਾਂ ਨੂੰ ਕਿਹਾ ਸੀ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਦਿਓ ਕਿ ਔਰੰਗਜ਼ੇਬ ਦੇਖ, ਰੁੱਖ ਦੇ ਜੇ ਪੱਤੇ ਝਾੜੀ ਜਾਏ ਨਾ, ਪੱਤੇ ਝਾੜਨ ਦੇ ਨਾਲ ਰੁੱਖ ਦਾ ਵਿਗੜਦਾ ਕੁਛ ਨਹੀਂ। ਜੇ ਰੁੱਖ ਨੂੰ ਖਤਮ ਕਰਨਾ ਹੋਏ ਤੇ ਜੜ ਤੋਂ ਵੱਢਣਾ ਪੈਂਦਾ ਹੈ। ਤੂੰ ਆ ਸਾਰੇ ਪੰਡਤਾਂ ਦੇ ਜਿਹੜੇ ਕਤਲ ਕਰਨੇ ਛੱਡ, ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਮੁਸਲਮਾਨ ਬਣਾ। ਜੇ ਉਹ ਮੁਸਲਮਾਨ ਬਣ ਜਾਣ, ਤੇਰੇ ਬਿਨਾਂ ਕਤਲ ਕਰਨ ਤੋਂ ਅਸੀਂ ਸਾਰੇ ਮੁਸਲਮਾਨ ਬਣਨ ਲਈ ਤਿਆਰ ਹਾਂ। ਔਰ ਦੇਖੋ, ਉਹ ਕਿਰਪਾ ਦਾਸ ਜਿਹੜਾ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ, ਫਿਰ ਏਡਾ ਵੱਡਾ ਭਰੋਸਾ ਉਹਨੇ ਰੱਖਿਆ ਵੀ ਕਿ ਜੇ ਗੁਰੂ ਸਾਹਿਬ ਜੀ ਨੇ ਬਾਹ ਫੜਦੀ, ਫਿਰ ਬਾਹ ਛੱਡਦੇ ਨਹੀਂ। ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ ਨੇ, ਤੇ ਦਿੱਲੀ ਦੇ ਵਿੱਚ ਜਦੋਂ ਗ੍ਰਿਫਤਾਰੀ ਹੁੰਦੀ ਹੈ, ਕੁਝ ਦਿਨ ਉੱਥੇ ਰਹਿੰਦੇ ਨੇ। ਗੁਰੂ ਸਾਹਿਬ ਜੀ ਨੇ 5 ਪੈਸੇ ਨਾਰੀਅਲ ਉੱਥੋਂ ਦੇ ਕੇ ਭੇਜਿਆ। ਕਿਹਾ ਜਾਂਦਾ ਹੈ ਕਿ ਭਾਈ ਗੁਰਦਿੱਤਾ ਜੀ, ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਸਨ, ਉਹਨਾਂ ਨੂੰ ਤੇ ਭਾਈ ਉਦੈ ਜੀ ਨੂੰ 5 ਪੈਸੇ ਨਾਰੀਅਲ ਦਿੱਤਾ। ਪਰ ਭਾਈ ਗੁਰਦਿੱਤਾ ਜੀ ਜਿਹੜੇ ਨੇ, ਉਹ ਸਤਿਗੁਰੂ ਦੇ ਸ਼ਹੀਦੀ ਤੋਂ ਬਾਅਦ ਉੱਥੇ ਦਿੱਲੀ ਦੇ ਵਿੱਚ ਹੀ ਵਿਰਾਗ ਦੇ ਵਿੱਚ ਆ ਕੇ ਆਪਣੀ ਇੱਛਾ ਅਨੁਸਾਰ ਉਹ ਸਰੀਰ ਤਿਆਗ ਗਏ ਸਨ। ਇਹ 5 ਪੈਸੇ ਨਾਰੀਅਲ ਲੈ ਕੇ ਭਾਈ ਉਦੈ ਜੀ ਆਏ। ਅਨੰਦਪੁਰ ਸਾਹਿਬ ਦੇ ਵਿੱਚ ਤਿਆਰੀਆਂ ਕੀਤੀਆਂ ਗਈਆਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਉਣਾ ਹੈ। ਉਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਪੂਰਾ ਵੱਡਾ ਸਮਾਗਮ ਹੋਇਆ, ਦੂਰ ਦੂਰ ਤੱਕ ਚਿੱਠੀਆਂ ਪਾਈਆਂ ਗਈਆਂ, ਸ਼ਾਨੋ ਸ਼ੌਕਤ ਦੇ ਨਾਲ ਸਾਰੇ ਪਾਸੇ ਲੰਗਰ ਲੱਗੇ ਨੇ, ਮਿਸ਼ਟਾਨ ਪ੍ਰਸ਼ਾਦ ਬਣੇ ਨੇ। ਇਹ ਜਿਹੜਾ ਸੁਨੇਹਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਨਗਰ ਰਮਦਾਸ ਨਗਰ ਵੀ ਪਹੁੰਚਿਆ ਹੈ। ਔਰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਦੇ ਪੁੱਤਰ ਨੇ ਭਾਈ ਰਾਮ ਕੁੰਵਰ ਜੀ, ਉਹਨਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਆਉਣਾ ਹੈ। ਔਰ ਦੇਖੋ, ਥੋੜ੍ਹਾ ਜਿਹਾ ਖਿਆਲ ਹੋਰ ਕਰਿਓ, ਭਾਈ ਰਾਮ ਕੁੰਵਰ ਜੀ ਜਿਨ੍ਹਾਂ ਨੇ ਗੁਰਤਾ ਗੱਦੀ ਦਾ ਤਿਲਕ ਲਾਉਣਾ ਹੈ, ਉਹਨਾਂ ਦੀ ਉਮਰ ਉਦੋਂ 3 ਸਾਲ ਤੋਂ ਕੁਝ ਉੱਤੇ, 4 ਸਾਲ ਤੋਂ ਘੱਟ ਹੈ। 3-4 ਸਾਲ ਦੇ ਵਿੱਚ ਲਾ ਲਓ, 4 ਸਾਲ ਦੀ ਲਾ ਲਓ। ਜਿਨ੍ਹਾਂ ਨੇ ਗੁਰਤਾ ਗੱਦੀ 'ਤੇ ਬੈਠਣਾ, ਉਹ ਪੂਰੇ 9 ਸਾਲ ਦੇ ਨਹੀਂ, ਔਰ ਜਿਨ੍ਹਾਂ ਨੇ ਬਿਠਾਉਣਾ ਉਹ 4 ਹੀ ਸਾਲ ਦੇ ਨੇ। ਅਸਲ ਵਿੱਚ ਸਰੀਰਾਂ ਦੀਆਂ ਉਮਰਾਂ ਛੋਟੀਆਂ ਨੇ, ਪਰ ਭਾਈ ਰਾਮ ਕੁੰਵਰ ਜੀ, ਉਹ ਜਨਮ ਤੋਂ ਹੀ ਉਹਨਾਂ ਨੂੰ ਬ੍ਰਹਮ ਗਿਆਨ ਹੈ। ਔਰ ਦੂਸਰੀ ਗੱਲ ਇਹ ਸੀ ਕਿ ਭਾਈ ਰਾਮ ਕੁੰਵਰ ਜੀ ਜਾਂ ਬਾਬਾ ਜੀ ਦੀ ਅੰਸ਼ ਦੇ ਵਿੱਚੋਂ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ, ਜਦੋਂ ਬਾਬਾ ਬੁੱਢਾ ਜੀ ਆਪ 6ਵੇਂ ਪਾਤਸ਼ਾਹ ਜੀ ਨੂੰ 2 ਕਿਰਪਾਨਾਂ ਪਾਉਂਦੇ ਨੇ, ਉਦੋਂ ਤੱਕ ਰੀਤ ਬਣ ਗਈ ਸੀ। 7ਵੇਂ ਪਾਤਸ਼ਾਹ ਨੂੰ, 8ਵੇਂ ਪਾਤਸ਼ਾਹ ਜੀ ਨੂੰ, 9ਵੇਂ ਪਾਤਸ਼ਾਹ ਜੀ ਨੂੰ, ਉਹਨਾਂ ਦੇ ਅੰਸ਼ ਵਿੱਚੋਂ ਜਦੋਂ ਵੀ ਗੁਰਤਾ ਗੱਦੀ 'ਤੇ ਬਿਠਾਇਆ ਗਿਆ, ਜਿੱਥੇ ਦਸਤਾਰ ਦਿੱਤੇ ਜਾਂਦੇ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਵਿੱਚੋਂ, ਉੱਥੇ ਨਾਲ ਸ਼ਸਤਰ ਦਿੱਤੇ ਜਾਂਦੇ ਸਨ, ਕੂੜਾ ਦਿੱਤਾ ਜਾਂਦਾ ਸੀ। ਬਾਬਾ ਰਾਮ ਕੁੰਵਰ ਜੀ ਦੇ ਨਾਲ ਸ਼ੁਰੂ ਤੋਂ ਲੈ ਕੇ 40-50 ਇੰਨੇ ਕੁ ਜਿਹੜੇ ਸਿੱਖ ਨੇ ਉਹ ਰਹਿੰਦੇ ਸਨ। ਤਿਆਰੀ ਕੀਤੀ ਗਈ। ਇੱਕ ਜਿਹੜੀ ਕਿਰਪਾਨ ਭੇਟ ਕਰਨੀ ਸੀ, ਕਿਰਪਾਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਮੁੱਠੀ ਨੂੰ ਹੀਰੇ ਜੜੇ ਹੋਏ ਸਨ, ਕਿਉਂਕਿ ਵੱਡਿਆਂ ਦੀਆਂ ਜਿਹੜੀਆਂ ਵੱਡੀਆਂ ਗੱਲਾਂ ਨੇ, ਮੁੱਖ ਦੀ ਗੱਲ ਬਾਬਾ ਰਾਮ ਕੁੰਵਰ ਜੀ ਅਨੰਦਪੁਰ ਸਾਹਿਬ ਪਹੁੰਚੇ। ਅੱਜ ਦੇ ਦਿਨ ਤਿਆਰੀ ਕੀਤੀ ਗਈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਆਪ ਆਪਣੇ ਹੱਥਾਂ ਦੇ ਨਾਲ ਸੋਹਣੀ ਦਸਤਾਰ ਸਜਾਈ। ਇੱਥੇ ਗੁਰਤਾ ਗੱਦੀ ਵਾਸਤੇ ਗੁਰੂ ਸਾਹਿਬ ਜੀ ਸੰਗਤ ਦੇ ਵਿੱਚ ਆਏ, ਤੇ ਬਾਬਾ ਰਾਮ ਕੁੰਵਰ ਜੀ ਨੇ ਉੱਥੇ ਆਪਣੇ ਹੱਥੀਂ ਫਿਰ ਤਿਲਕ ਲਾਇਆ। ਉਰੇ ਕਿਹਾ ਜਾਂਦਾ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਤੋਂ ਖਬਰ ਮਿਲੇ ਕਿ ਰਾਮ ਕੁੰਵਰ ਜੀ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਤਿਲਕ ਲਾਉਣਾ ਹੈ, ਤੇ ਰਾਮ ਕੁੰਵਰ ਜੀ ਹੱਥ ਧੋਣ, ਥੋੜ੍ਹੀ ਦੇਰ ਬਾਅਦ ਫਿਰ ਧੋ ਲੈਣ ਕਰਨਾ, ਥੋੜ੍ਹੀ ਦੇਰ ਪਵੇ ਫਿਰ ਸਾਫ਼ ਕਰ ਲੈਣ ਕਰਨਾ। ਤੇ ਜਦੋਂ ਪੁੱਛਿਆ ਕਿ ਇਹ ਰਾਮ ਕੁੰਵਰ ਜੀ ਇਹ ਬਾਰ-ਬਾਰ ਹੱਥ ਕਿਉਂ, ਕਹਿੰਦੇ ਜਿਹੜਾ ਹੱਥ ਜਿਹੜੇ ਮੱਥੇ ਤੇ ਲੱਗਣਾ ਹੈ ਨਾ, ਉਹ ਮੱਥੇ ਵਾਲਾ ਉਹ ਆਪ ਪਰਮੇਸ਼ਰ ਹੈ।
ਔਰ ਜਿਨ੍ਹਾਂ ਦੇ ਮੱਥੇ ਤੇ ਤਿਲਕ ਲਾਉਣਾ ਹੈ ਉੱਥੇ ਹੱਥ ਕਿਤੇ ਕਿਸੇ ਤਰ੍ਹਾਂ ਦੇ ਕਿਸੇ ਹੋਰ ਚੀਜ਼ ਨਾਲ ਲੱਗੇ ਹੋਣ, ਇਹ ਮੈਂ ਨਹੀਂ ਚਾਹੁੰਦਾ। ਅੱਜ ਦੇ ਦਿਨ ਭਾਈ ਰਾਮ ਕੌਰ ਜੀ ਨੇ ਭਰੀ ਸੰਗਤ ਵਿੱਚ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿੱਥੇ ਦਸਤਾਰ, ਕਿਰਪਾਨ, ਇਹ ਸ਼ਸਤਰ ਕੁਝ ਦਿੱਤੇ, ਉੱਥੇ 5 ਪੈਸੇ ਨਾਰੀਅਲ ਰੱਖ ਕੇ ਤਿਲਕ ਜਿਹੜਾ ਸੀ ਉਹ ਭਾਈ ਰਾਮ ਕੌਰ ਜੀ ਨੇ ਲਾਇਆ। ਅੱਜ ਸਤਿਗੁਰੂ ਜੀ ਦਾ ਉਹ ਗੁਰਤਾ ਦਿਵਸ ਹੈ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਪਰਸੋਂ ਨੂੰ 8 ਤਰੀਕ ਨੂੰ ਉਹਨਾਂ ਦਾ ਸ਼ਹੀਦੀ ਪੁਰਬ ਹੈ। ਸਤਿਗੁਰੂ ਜੀ ਕਿਰਪਾ ਕਰਨ ਫਿਰ ਦਿੱਲੀ ਵਿੱਚ ਜਾ ਕੇ ਜਿਵੇਂ ਉਹਨਾਂ ਨੇ ਸ਼ਹਾਦਤ ਦਿੱਤੀ, ਉਹ ਵਿਚਾਰਾ ਆਪਾਂ ਪਰਸੋਂ ਫਿਰ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਦਾ ਪਾਵਨ ਬਚਨ, ਭਾਵੇਂ ਅੱਖਰੀ ਅਰਥ ਨਹੀਂ ਕੀਤੇ, ਪਹਿਲੇ 2 ਪਦਿਆਂ ਦੇ ਜਿਹੜੇ ਪਹਿਲੇ ਪਦੇ ਦੇ ਅਰਥ ਨੇ ਉਹ ਬਿਲਕੁਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਟੁਕਦੇ ਨੇ। ਉਹਨਾਂ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ, 5 ਕਕਾਰ ਦਿੱਤੇ। ਇਹ ਕੜਾ ਜਿਹੜਾ ਕਿਹਾ ਹੀ ਨਹੀਂ ਸੀ, ਕੇਵਲ ਸੀਸ ਲੈ ਕੇ ਫਿਰ ਕੜੇ ਦਿੱਤੇ। ਇਹ ਗੁਰ ਪੂਰੇ ਕਿਰਪਾ ਧਾਰੀ ਸਾਡੇ ਤੇ ਕਿਰਪਾ ਕੀਤੀ, ਸਾਨੂੰ ਗਿੱਦੜਾਂ ਨੂੰ ਸ਼ੇਰ ਬਣਾਇਆ, ਸੁੱਤਿਆ ਹੋਇਆਂ ਨੂੰ ਆਤਮਿਕ ਜੀਵਨ ਦਿੱਤਾ, ਜਗਾਇਆ। ਸਾਡੀ ਲੋਚਾ ਹਰ ਕਿਸੇ ਦੀ ਇਹ ਹੈ, ਅਸਲ ਵਿੱਚ ਲੋਚ ਹੀ ਜਗਿਆਸੂ ਦੀ ਇਹ ਹੈ ਕਿ ਪੂਰਾ ਗੁਰੂ ਮਿਲ ਜੇ। ਔਰ ਸਾਨੂੰ ਸਤਿਗੁਰੂ ਜੀ ਨੇ ਸਾਡੀ ਇੰਨੀ ਲੋਚਾ ਇਹ ਪੂਰੀ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਲੜ ਵੀ ਲਾਇਆ, ਸਾਨੂੰ ਪੂਰਾ ਗੁਰੂ ਵੀ ਦਿੱਤਾ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਉਹ ਆਨੰਦ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਸਨ, ਗੁਰੂ ਨੂੰ ਮਿਲ ਕੇ ਆਨੰਦ ਭਇਆ ਮੇਰੀ ਮਾਏ, ਇਸ ਕਰਕੇ ਭਇਆ ਕਿਉਂਕਿ ਗੁਰੂ ਪਾਇਆ, ਗੁਰੂ ਮਿਲ ਗਿਆ। ਗੁਰੂ ਨੂੰ ਮਿਲ ਕੇ ਸੱਚਮੁੱਚ ਉਹ ਆਨੰਦ ਮਿਲਦਾ ਹੈ, ਉਹ ਸੁੱਖ ਮਿਲਦੇ ਨੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ। ਸ਼ਬਦੋ ਤਗਾਵੋ ਹਰਿ ਕੇਰਾ ਮਨ ਜਿਨੀ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰੋ ਕਰ ਤੇਰਾ ਕਾਰਜ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ। ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ। ਸਦਾ ਸਿਫਤ ਸਲਾਹ ਤੇਰੀ ਨਾਮ। ਨਾਮ ਜਿਨ ਕੈ ਮਨ ਵਸਿਆ ਵਾਜੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ, ਘਰ ਤੇਰਾ ਸਾਚਾ ਨਾਮ ਮੇਰਾ। ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਕਰ ਸਾਂਤ ਸੁਖ ਮਣ ਆਏ ਵਸਿਆ, ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਹਦੀਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ, ਆਨੰਦ ਸੁਣੋ ਵਡ ਭਾਗਿਓ। ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੇ ਸੰਤ ਸਾਜਣ ਭਏ ਸਰਸੇ, ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰੂ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰੂ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ